संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। भय दयाल कृपाल संत जन, तब ਇਹ ਬਾਤ ਬਤਾਈ। ਸਰੋਤੇ ਜਨ ਪਿੱਛੇ ਸੁਣ ਚੁੱਕੇ ਹਨ। ਭਾਈ ਰਤਨ ਸਿੰਘ ਡਰੋਲੀ ਅਤੇ ਉਸ ਦੀ ਪਤਨੀ ਜੈ ਕੌਰ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। 2 ਸਾਲ ਸੇਵਾ ਨਹੀਂ ਦਿੱਤੀ ਅਤੇ ਨਾ ਹੀ ਘਰ ਨੂੰ ਜਾਣ ਦਿੱਤਾ। 4-5 ਮਹੀਨੇ ਬਾਅਦ ਕੋਲੋਂ ਕਿਰਾਇਆ ਦੇ ਕੇ ਹੁਕਮ ਕਰਨਾ, ਜਾਓ ਘਰ ਗੇੜਾ ਮਾਰ ਕੇ ਆਓ। ਭਾਈ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਨੇ ਹੁਕਮ ਅਨੁਸਾਰ ਇਸ ਤਰ੍ਹਾਂ ਹੀ ਕਰਨਾ। ਇੱਕ ਵਾਰ ਭਾਈ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਘਰੋਂ ਹੋ ਕੇ ਜਿਸ ਵਕਤ ਪੁੱਚੋ ਪਹੁੰਚੇ ਤਾਂ ਕੁਝ ਦਿਨਾਂ ਬਾਅਦ ਬਾਬਾ ਜੀ ਨੇ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਨੂੰ ਪੁੱਛਿਆ, ਜਦੋਂ ਤੁਸੀਂ ਹੁਕਮ ਅਨੁਸਾਰ ਘਰ ਜਾਂਦੇ ਹੋ, ਘਰ ਕੀ ਕਰਦੇ ਹੋ? ਉੱਤਰ ਵਿੱਚ ਭਾਈ ਰਤਨ ਸਿੰਘ ਡਰੋਲੀ ਨੇ ਬੇਨਤੀ ਕੀਤੀ, ਅਸੀਂ ਜਦੋਂ ਘਰ ਜਾਂਦੇ ਹਾਂ ਤਾਂ ਘਰ ਯੋਗ ਵਿਸ਼ਿਸ਼ਟ ਗ੍ਰੰਥ ਪੜ੍ਹਦੇ ਹਾਂ। ਸੁਣ ਕੇ ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਯੋਗ ਵਿਸ਼ਿਸ਼ਟ ਵਿੱਚ ਕੀ ਰੱਖਿਆ ਹੈ? ਇਤਨਾ ਬਚਨ ਕਰਕੇ ਹਜੂਰ ਚੁੱਪ ਹੋ ਗਏ। ਉਪਰੰਤ ਕੁਝ ਦਿਨ ਹੋਰ ਬਤੀਤ ਹੋਏ। ਕੁਝ ਦਿਨਾਂ ਉਪਰੰਤ ਸੰਤ ਬਹਾਲ ਦਾਸ ਜੀ ਜੱਸੀ ਪਓ ਵਾਲੇ ਬਾਬਾ ਜੀ ਦੇ ਦਰਸ਼ਨ ਕਰਨ ਆਏ। ਫਿਰ ਸੰਤ ਬਹਾਲ ਦਾਸ ਜੀ ਨੇ ਅਤੇ ਬਾਬਾ ਜੀ ਨੇ ਕੁਝ ਬਚਨ ਕੀਤੇ, ਜਿਨ੍ਹਾਂ ਦੀ ਰਤਨ ਸਿੰਘ ਡਰੋਲੀ ਨੂੰ ਲੱਖ ਯਤਨ ਕਰਨ ਨਾਲ ਵੀ ਸਮਝ ਨਾ ਆਈ। ਇਸ ਤੋਂ ਬਾਅਦ ਸੰਤ ਬਹਾਲ ਦਾਸ ਜੀ ਚਲੇ ਗਏ। ਕੁਝ ਹੋਰ ਸਮਾਂ ਬਤੀਤ ਹੋਣ ਪਿੱਛੋਂ ਬਾਬਾ ਮਹਾਂ ਹਰਨਾਮ ਸਿੰਘ ਜੀ ਆਪ ਦੁੱਧ ਛਕਣ ਤੋਂ ਉਪਰੰਤ ਕਈਆਂ ਸੇਵਕਾਂ ਨੂੰ ਨਾਮ ਲੈ ਕੇ ਦੁੱਧ ਛਕਾਇਆ ਕਰਦੇ ਸਨ। ਇੱਕ ਵਾਰ ਇਹਨਾਂ ਦੇ ਸਮੇਂ ਇਹ ਦੁੱਧ ਛਕਾਉਣ ਦਾ ਬਿਰਤਾਂਤ ਹੋਇਆ। ਨਾਮ ਲੈ ਲੈ ਕੇ ਸਭ ਨੂੰ ਦੁੱਧ ਛਕਾਇਆ, ਪਰੰਤੂ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਨੂੰ ਦੁੱਧ ਨਾ ਛਕਾਇਆ। ਇਹ 2 ਗੱਲਾਂ ਬੀਤਣ ਉਪਰੰਤ ਭਾਈ ਰਤਨ ਸਿੰਘ ਡਰੋਲੀ ਦੇ ਮਨ ਵਿੱਚ ਵਿਚਾਰ ਆਈ। ਭਾਈ ਰਤਨ ਸਿੰਘ ਡਰੋਲੀ ਨੇ ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ, ਪਿਛਲੇ ਦਿਨੀਂ ਸੰਤ ਬਹਾਲ ਦਾਸ ਜੀ ਆਏ ਸਨ। ਉਹਨਾਂ ਨਾਲ ਆਪ ਜੀ ਨੇ ਜੋ ਬਚਨ ਕੀਤੇ ਮੈਨੂੰ ਸਮਝ ਨਹੀਂ ਆਈ। ਦੂਸਰਾ, ਅੱਜ ਸਭ ਨੂੰ ਨਾਮ ਲੈ ਲੈ ਕੇ ਆਪ ਜੀ ਨੇ ਦੁੱਧ ਛਕਾਇਆ ਹੈ ਅਤੇ ਸੱਚੇ ਪਾਤਸ਼ਾਹ ਮੈਨੂੰ ਦੁੱਧ ਵੀ ਨਹੀਂ ਛਕਾਇਆ। ਸੁਣਨ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਤੈਨੂੰ ਆਵਾਜ਼ ਮਾਰ ਕੇ ਦੁੱਧ ਕਿਵੇਂ ਮਿਲੇ ਅਤੇ ਬਹਾਲ ਦਾਸ ਨਾਲ ਹੋਏ ਬਚਨਾਂ ਦੀ ਕਿਵੇਂ ਸਮਝ ਆਵੇ? ਉਪਰੰਤ ਭਾਈ ਰਤਨ ਸਿੰਘ ਡਰੋਲੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਥੋਂ ਸਵੇਰੇ ਉੱਠਿਆ ਨਹੀਂ ਜਾਂਦਾ। ਫਿਰ ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਦੋਵੇਂ ਜੀ ਤਕੜੇ ਹੋਵੋ ਅਤੇ ਨਿਤਨੇਮ ਕਰੋ, ਇਸ਼ਨਾਨ ਕਰੋ, ਸਭ ਕੁਝ ਆਪੇ ਹੀ ਹੋਵੇਗਾ। ਇਸ ਤੋਂ ਬਾਅਦ ਲੰਗਰ ਦੀ ਸੇਵਾ ਮਿਲੀ। ਸਭ ਤੋਂ ਪਹਿਲਾਂ ਬਚਨ ਹੋਇਆ ਅਤੇ ਪੁੱਛਿਆ, ਤੁਹਾਡੀ ਮੰਗ ਕੀ ਹੈ? ਭਾਈ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਨੇ ਬੇਨਤੀ ਕੀਤੀ, ਨਾਮਦਾਨ ਬਖਸ਼ੋ। ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਘਰੋਂ ਤਾਂ ਪੁੱਤ ਲੈਣ ਆਏ ਸੀ। ਉਪਰੰਤ ਭਾਈ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹੁਣ ਪੁੱਤ ਦੀ ਕੋਈ ਮੰਗ ਨਹੀਂ। ਉਪਰੰਤ ਬਚਨ ਹੋਇਆ, ਪੁੱਤ ਵੀ ਹੋਵੇਗਾ ਅਤੇ ਫਿਰ ਨਾਮਦਾਨ ਵੀ ਮਿਲੇਗਾ। ਹੁਕਮ ਇਹ ਸੀ,
ਇੱਕ ਲੰਗਰ ਤਿਆਰ ਕਰਨ ਵੇਲੇ ਆਟਾ ਗੁੰਨਣਾ ਅਤੇ ਛਾਨਣਾ, ਹਰ ਸਮੇਂ ਮੂੰਹ ਅੱਗੇ ਕੱਪੜਾ ਰੱਖਣਾ ਅਤੇ ਜਪਜੀ ਸਾਹਿਬ ਦੇ ਪਾਠ ਉੱਠਦਿਆਂ ਬਹਿੰਦਿਆਂ ਹਰ ਸਮੇਂ ਕਰਦੇ ਰਹਿਣਾ। ਲੰਗਰ ਦੀ ਸੇਵਾ ਤੋਂ ਹਟ ਕੇ ਵੀ ਪਾਠ ਕਰਦੇ ਰਹਿਣਾ, ਇਹ ਨਹੀਂ ਭੁੱਲਣਾ। ਨੰਬਰ 2, ਲੰਗਰ ਦੇ ਪ੍ਰਸ਼ਾਦੇ ਨਾ ਕੱਚੇ ਰਹਿਣ, ਨਾ ਉਹਨਾਂ ਨੂੰ ਸੜਨ ਦੇਣਾ। ਕਿਸੇ ਵੀ ਫੁਲਕੇ ਨੂੰ ਅੱਗ ਦਾ ਦਾਗ ਨਹੀਂ ਲੱਗਣ ਦੇਣਾ। ਨੰਬਰ 3, ਜਿਹੜੀ ਸੇਵਾ ਤੁਹਾਨੂੰ ਦਿੱਤੀ ਹੈ ਇਹੋ ਹੀ ਕਰਨੀ। ਹੋਰ ਕਿਸੇ ਸੇਵਾ ਕਰਨ ਵਾਲੇ ਨਾਲ ਈਰਖਾ, ਨਿੰਦਿਆ, ਚੁਗਲੀ ਨਹੀਂ ਕਰਨੀ। ਕਿਸੇ ਨੂੰ ਰੱਖੀਏ, ਕਿਸੇ ਨੂੰ ਤੋਰੀਏ, ਕਿਸੇ ਦੀ ਸਿਫਾਰਿਸ਼ ਨਹੀਂ ਕਰਨੀ। ਜੇ ਕਿਸੇ ਦੀ ਸਿਫਾਰਿਸ਼ ਕਰੋਗੇ ਤੁਹਾਡਾ ਕੰਮ ਪਿੱਛੇ ਹੋ ਜਾਵੇਗਾ। ਇਸ ਤੋਂ ਬਾਅਦ ਜਿਵੇਂ ਬਾਬਾ ਜੀ ਦੀ ਮਰਿਆਦਾ ਸੀ, ਨਾਨਕੇ, ਦਾਦਕੇ, ਸਹੁਰਿਆਂ ਤੇ ਹੋਰ ਆਂਢੀਆਂ ਗੁਆਂਢੀਆਂ ਦੇ ਨਾਮ ਲਿਖਵਾਏ। ਉਪਰੰਤ ਸ਼ਰ੍ਹਾ ਜੋ ਕਿ ਸਭ ਦੀ ਕਰਦੇ ਹਨ, ਭਾਈ ਰਤਨ ਸਿੰਘ ਡਰੋਲੀ ਅਤੇ ਜੈ ਕੌਰ ਦੋਹਾਂ ਦੀ ਸ਼ਰ੍ਹਾ ਕਰਾਈ ਗਈ। ਜਿਸ ਸਮੇਂ ਭਾਈ ਰਤਨ ਸਿੰਘ ਡਰੋਲੀ ਦੀ ਆਪਣੇ ਹੱਥਾਂ ਨਾਲ ਸ਼ਰ੍ਹਾ ਕਰਨ ਲੱਗੇ ਤਾਂ ਕਿਹਾ, ਭਾਈ ਰਤਨ ਸਿੰਘ ਡਰੋਲੀ ਦੇ ਦਾਦੇ ਦਾ ਇੱਕ ਭਰਾ ਸੀ ਪ੍ਰੇਮ ਸਿੰਘ, ਤੇਰਾ ਪਿਛਲਾ ਜਨਮ ਉਸ ਦਾ ਸੀ। ਫਿਰ ਬਚਨ ਕੀਤਾ ਕਿ ਕਿਸੇ ਪਿਛਲੇ ਜਨਮ ਵਿੱਚ ਰਾਜਾ ਜੰਗ ਸ਼ਹਿਰ ਵਿੱਚ ਤੁਸੀਂ ਦੋਵੇਂ ਜੀ ਰਾਜਾ ਅਤੇ ਰਾਣੀ ਸੀ। ਤੁਹਾਡੇ ਰਾਜ ਵਿੱਚ ਅਸੀਂ ਤਪ ਕੀਤਾ ਸੀ ਅਤੇ ਤੁਹਾਡਾ ਜਨਮ ਸਾਡੇ ਨਾਲ ਹੀ ਹੈ। ਅਸੀਂ ਸਾਧੂ ਰੂਪ ਵਿੱਚ, ਤੁਸੀਂ ਗ੍ਰਸਤੀ ਰਹੇ ਇਕੱਠੇ ਹੀ ਹਾਂ। ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ। ਅਥਵਾ ਉਰ ਲਾਗੋ ਸੁਆਮੀ ਪ੍ਰਭ ਮੇਰੇ, ਪੂਰਬ ਪ੍ਰੀਤ ਗੋਬਿੰਦ ਵਿਚਾਰੋ। ਅਖੀਰ ਤੇ ਬਚਨ ਕੀਤਾ, 1.25 ਲੱਖ ਰੁਪਈਆ ਲੈ ਲਓ, ਜਾਓ ਘਰ ਨੂੰ, ਸੇਵਾ ਛੱਡ ਦਿਓ। ਕਈ ਦਿਨ ਇਹ ਬਚਨ ਕਰਦੇ ਰਹੇ। ਅਖੀਰ ਉੱਤੇ ਸੇਵਾ ਹੀ ਮੰਗੀ। ਸੇਵਾ ਮੰਗੇ ਸੇਵ ਕੋ, ਲਾਇਆ ਆਪਣੀ ਸੇਵ। ਫਿਰ ਸੇਵਾ ਮਿਲ ਗਈ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇੱਕ ਬੜੀ ਭਾਰੀ ਔੜ ਲੱਗ ਗਈ। ਫਸਲਾਂ ਸੁੱਕ ਰਹੀਆਂ ਸਨ। ਜੀ ਜੰਤ ਅਤੇ ਸਾਰੀ ਬਨਸਪਤੀ ਅੱਤ ਦੀ ਗਰਮੀ ਵਿੱਚ ਸੁੱਕ ਸੜ ਰਹੀ ਸੀ। ਛੱਪੜਾਂ ਵਿੱਚੋਂ ਪਾਣੀ ਮੁੱਕ ਗਿਆ ਸੀ। ਬਾਬਾ ਜੀ ਦੇ ਸ਼ਰਧਾਲੂ ਲਹਿਰਾ ਖਾਨਾ ਤੇ ਭੁੱਚੋ ਕਲਾ ਤੋਂ ਮਿਲ ਕੇ ਬਾਬਾ ਜੀ ਪਾਸ ਬੇਨਤੀ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਮੀਂਹ ਪਾਓ, ਬੜੇ ਦੁਖੀ ਹੋਏ ਹਾਂ। ਬਾਬਾ ਜੀ ਨੇ ਬਚਨ ਕੀਤਾ, ਸਾਰੇ ਪਿੰਡਾਂ ਦੀ ਪੰਚਾਇਤ ਇਕੱਠੀ ਹੋ ਕੇ ਛੱਪੜ ਪੁੱਟੋ, ਮੀਂਹ ਪੈ ਜਾਵੇਗਾ। ਹੁਕਮ ਅਨੁਸਾਰ ਸਭ ਨਗਰ, ਭੁੱਚੋ ਨਗਰ ਦੀ, ਲਹਿਰੇ ਖਾਨੇ ਦੀ, ਸੇਮੇ ਦੀ ਸਾਰੀ ਸੰਗਤ ਨੇ ਮਿਲ ਕੇ ਛੱਪੜ ਪੁੱਟਿਆ। ਸਵੇਰੇ ਕੰਮ ਆਰੰਭ ਕੀਤਾ। ਦੁਪਹਿਰ ਵੇਲੇ ਤੋਂ ਕੁਝ ਪਿੱਛੋਂ ਛੱਪੜ ਪੁੱਟ ਕੇ ਮੁਕੰਮਲ ਕਰ ਦਿੱਤਾ। ਇਸ ਸਮੇਂ ਤੱਕ ਬਾਬਾ ਜੀ ਵੀ ਆਪਣੇ ਆਸਣ ਤੋਂ ਉੱਠ ਕੇ ਬਾਹਰ ਆ ਗਏ। ਛੱਪੜ ਪੁੱਟਣ ਵਾਲੀ ਸੰਗਤ ਵਿੱਚੋਂ ਨੌਜਵਾਨਾਂ ਨੂੰ ਹੁਕਮ ਕੀਤਾ, ਆਓ ਆਪਾਂ ਇਕੱਠੇ ਹੋ ਕੇ ਬੋਲੀਆਂ ਪਾਈਏ। ਹੁਕਮ ਅਨੁਸਾਰ ਇਵੇਂ ਹੀ ਕੀਤਾ ਗਿਆ। ਕੁਝ ਸਮੇਂ ਬਾਅਦ ਸੂਰਜ ਦੇ ਕੋਲ ਇੱਕ ਨਿੱਕੀ ਜਿਹੀ ਬੱਦਲੀ ਵਿਖਾਈ ਦਿੱਤੀ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਲਓ ਬਈ ਕਈਆਂ ਲੈ ਲਓ, ਆਪੋ ਆਪਣੇ ਖੇਤਾਂ ਦੀਆਂ ਵੱਟਾਂ ਬੰਨ੍ਹ ਲਓ, ਇੰਦਰ ਮੁੰਡਾ ਆ ਗਿਆ ਹੈ। ਇਸ ਬਚਨ ਨੂੰ ਸੁਣਨਸਾਰ ਹੀ ਕਈ ਪ੍ਰੇਮੀ ਤਾਂ ਇੱਥੋਂ ਨੂੰ ਭੱਜ ਗਏ, ਕਈ ਉੱਥੇ ਹੀ ਖੜੇ ਰਹੇ। ਉਪਰੰਤ ਥੋੜ੍ਹੇ ਹੀ ਸਮੇਂ ਵਿੱਚ ਇਤਨੀ ਜ਼ਬਰਦਸਤ ਬਾਰਿਸ਼ ਹੋਈ, ਸਭ ਖੇਤਾਂ ਵਿੱਚ ਜਲ ਹੀ ਜਲ ਹੋ ਗਿਆ। ਛੱਪੜ ਵੀ ਭਰ ਗਏ। ਜਲ ਤੇ ਥਲ ਕਰ,
ਥਲ ਤੇ ਕੂਆ ਕੂਪ ਤੇ ਮੇਰ ਕਰਾਵੇ। ਅਥਵਾ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ। ਇਸ ਪ੍ਰਸੰਗ ਸਮੇਂ ਸੂਬੇਦਾਰ ਹਰਦਿਆਲ ਸਿੰਘ ਤੇ ਨਾਜਰ ਸਿੰਘ ਲਹਿਰਾ ਖਾਨਾ ਵਾਲੇ ਨਾਲ ਸਨ। ਇਹ ਬਚਨ ਮਿਲਿਆ ਸਰਦਾਰ ਉਜਾਗਰ ਸਿੰਘ ਲਹਿਰੇ ਖਾਨੇ ਵਾਲੇ ਪਾਸੋਂ। ਸਭੇ ਇੱਛਾ ਪੂਰੀਆਂ ਲਗ ਪ੍ਰਭ ਕੇ ਪਾਵੇ। ਵਾਹਿਗੁਰੂ ਦਾਤਾਂ ਦੇ ਰਿਹਾ ਹੈ, ਸਭ ਨੂੰ ਦੇ ਰਿਹਾ, ਕਿਸੇ ਨੂੰ ਪਹਿਲੋਂ ਅਤੇ ਕਿਸੇ ਨੂੰ ਕੁਝ ਸਮਾਂ ਪਿੱਛੋਂ। ਬਾਣੀ ਵਿੱਚ ਫੁਰਮਾਨ ਹੈ, ਜੀਵੇ ਦਾਤਾ ਦੇਵਨਹਾਰ, ਅਥਵਾ ਜੀਵੇ ਦਾਤਾ ਮਰੇ ਨਾ ਕੋਏ। ਕਿਸੇ ਵਿਦਵਾਨ ਦਾ ਕਥਨ ਹੈ, ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਅਤੇ ਫਿਰ ਜਿਤਨਾ ਕੁ ਮਿਲਣਾ ਹੈ ਉਸ ਤੋਂ ਵੱਧ ਨਹੀਂ ਮਿਲਦਾ। ਇੱਕ ਗੁਰਮੁਖ ਪਿੰਡ ਭਲਾਈਆਣੇ ਤੋਂ ਨਰੈਣ ਸਿੰਘ ਨਾਮ ਸੀ। ਇਸ ਦੀ ਪਹਿਲੀ ਸ਼ਾਦੀ ਅਰਾਓ ਕੇ ਹੋਈ। ਇਸ ਦਾ ਨਾਮ ਅਤਰਕੌਰ ਸੀ। ਸ਼ਾਦੀ ਤੋਂ 16 ਸਾਲ ਬਾਅਦ ਕੋਈ ਸੰਤਾਨ ਨਹੀਂ ਹੋਈ। ਉਪਰੰਤ ਅਤਰਕੌਰ ਗੁਜ਼ਰ ਗਈ। ਨਰੈਣ ਸਿੰਘ ਦਾ ਮਨ ਉਦਾਸ ਹੋ ਗਿਆ। ਇਸ ਦੌਰਾਨ ਨਰੈਣ ਸਿੰਘ ਘਰੋਂ ਬਾਹਰ ਸਾਧੂ ਸੰਤਾਂ ਦੀ ਸੰਗਤ ਕਰਨ ਲੱਗ ਪਿਆ। ਨਰੈਣ ਸਿੰਘ ਦੇ 2 ਹੋਰ ਭਰਾ ਸਨ, ਬੱਗਾ ਸਿੰਘ ਤੇ ਭਗਵਾਨ ਸਿੰਘ। ਬੱਗਾ ਸਿੰਘ ਨੇ ਵੱਡੇ ਭਰਾ ਨਰੈਣ ਸਿੰਘ ਦਾ ਮਨ ਉਦਾਸ ਵੇਖ ਕੇ ਨਰੈਣ ਸਿੰਘ ਨੂੰ ਇੱਕ ਭਤੀਜਾ ਹੀਰਾ ਸਿੰਘ ਨਾਮੀ ਦੇ ਦਿੱਤਾ ਅਤੇ ਕਹਿ ਦਿੱਤਾ, ਇਸ ਨੂੰ ਆਪਣਾ ਪੁੱਤਰ ਬਣਾ ਲਓ। ਉਪਰੰਤ ਹੀਰਾ ਸਿੰਘ ਜਵਾਨ ਹੋ ਕੇ ਆਪਣੀ ਮਨ ਮਰਜ਼ੀ ਕਰਨ ਲੱਗ ਪਿਆ। ਕਿਸੇ ਵਕਤ ਨਰੈਣ ਸਿੰਘ ਨੇ ਹੀਰਾ ਸਿੰਘ ਨੂੰ ਕਿਸੇ ਗੱਲੋਂ ਤਾੜਿਆ। ਫਿਰ ਹੀਰਾ ਸਿੰਘ ਦੀ ਮਾਈ ਨੇ ਨਰੈਣ ਸਿੰਘ ਨੂੰ ਆਖਿਆ ਕਿ ਇਹ ਪੁੱਤਰ ਤੈਨੂੰ ਘੂਰਨ ਵਾਸਤੇ ਨਹੀਂ ਦਿੱਤਾ, ਜਾਂ ਤਾਂ ਆਪਣੀ ਜ਼ਮੀਨ ਇਸ ਦੇ ਨਾਮ ਕਰਾ ਦੇ, ਨਹੀਂ ਤਾਂ ਇਸ ਨੂੰ ਘੂਰਨਾ ਨਹੀਂ। ਉਪਰੰਤ ਨਰੈਣ ਸਿੰਘ ਦੇ ਮਨ ਉੱਤੇ ਇਸ ਗੱਲ ਦੀ ਬੜੀ ਸੱਟ ਵੱਜੀ। ਕੁਝ ਦਿਨਾਂ ਬਾਅਦ ਨਰੈਣ ਸਿੰਘ ਦਾ ਇੱਕ ਪੰਡਤ ਨਾਲ ਮਿਲਾਪ ਹੋਇਆ। ਨਰੈਣ ਸਿੰਘ ਨੇ ਉਸ ਪੰਡਤ ਨੂੰ ਆਪਣੇ ਮਨ ਦਾ ਦੁੱਖ ਦੱਸ ਕੇ ਇਸ ਦੁੱਖ ਨੂੰ ਹਟਾਉਣ ਦਾ ਕੋਈ ਉਪਾਅ ਪੁੱਛਿਆ। ਉੱਤਰ ਵਿੱਚ ਪੰਡਤ ਨੇ ਬਾਬਾ ਮਹਾਂ ਹਰਨਾਮ ਸਿੰਘ ਜੀ ਦਾ ਨਾਮ ਲਿਆ। ਫਿਰ ਦੱਸਿਆ ਕਿ ਤੂੰ ਉੱਥੇ ਪਹੁੰਚ, ਤੇਰੇ ਸਭ ਦੁੱਖ ਦੂਰ ਹੋ ਜਾਣਗੇ। ਸਰਬ ਸੁੱਖਾਂ ਕੇ ਦਾਤੇ ਮਹਾਂਪੁਰਖ ਭੁੱਚੋ ਬੈਠੇ ਹਨ, ਉੱਥੇ ਪਹੁੰਚ। ਨਾਲ ਪੰਡਤ ਨੇ ਦੱਸਿਆ, ਇਹ ਮਹਾਂਪੁਰਖ ਦੁੱਧ ਹੀ ਪ੍ਰਸੰਨ ਹੋ ਕੇ ਵਰਤਦੇ ਹਨ। ਇਸ ਤੋਂ ਬਾਅਦ ਸਵੇਰੇ ਨਰੈਣ ਸਿੰਘ ਨੇ ਉੱਠ ਕੇ 2 ਮਹੀਆਂ ਦਾ ਦੁੱਧ ਚੋ ਕੇ ਬਰਤਨ ਵਿੱਚ ਪਾ ਕੇ ਬਾਲੂਆਣੇ ਸਟੇਸ਼ਨ ਤੋਂ ਗੱਡੀ ਚੜ੍ਹ ਕੇ ਭੁੱਚੋ ਮੰਡੀ ਸਟੇਸ਼ਨ 'ਤੇ ਆ ਪਹੁੰਚਿਆ। ਉਪਰੰਤ ਜਿਸ ਵਕਤ ਨਰੈਣ ਸਿੰਘ ਭੁੱਚੋ ਪਹੁੰਚਿਆ, ਸੰਗਤ ਵੀ ਬੈਠੀ ਸੀ। ਜੋ ਸੇਵਾਦਾਰ ਉਸ ਵੇਲੇ ਹਾਜ਼ਰ ਸਨ, ਬਾਬਾ ਈਸਰ ਸਿੰਘ ਜੀ ਰੋੜੀ ਵਾਲੇ, ਭਾਈ ਰਤਨ ਸਿੰਘ ਡਰੋਲੀ, ਭਜਨ ਸਿੰਘ ਮਹਿਰਾ ਲਾਂਗਰੀ, ਭਾਈ ਨੀਲਾ ਸਿੰਘ ਮੌਕੇ 'ਤੇ ਹਾਜ਼ਰ ਸਨ। ਇਸ ਤੋਂ ਬਾਅਦ ਨਰੈਣ ਸਿੰਘ ਤਕਰੀਬਨ 1.5 ਸਾਲ ਸੇਵਾ ਵਿੱਚ ਰਿਹਾ। ਫਿਰ ਇਸ ਦੌਰਾਨ ਕਈ ਵਾਰ ਨਰੈਣ ਸਿੰਘ ਦੇ ਘਰ ਉਸਦੇ ਭਰਾ ਆਏ, ਪਰੰਤੂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਨਰੈਣ ਸਿੰਘ ਨੇ ਘਰ ਜਾਣਾ, ਫਿਰ ਮੁੜ ਕੇ ਸੇਵਾ ਵਿੱਚ ਹਾਜ਼ਰ ਹੋ ਜਾਣਾ। ਇੱਕ ਵਾਰ ਨਰੈਣ ਸਿੰਘ ਘਰ ਆਇਆ। ਕੀ ਵੇਖਿਆ, ਇਹਨਾਂ ਦੇ ਨਗਰ ਦਾ ਚੰਗੀ ਜਾਇਦਾਦ ਦਾ ਮਾਲਕ ਜ਼ਮੀਨ ਭਤੀਜਿਆਂ ਦੇ ਨਾਮ ਕਰਵਾ ਕੇ ਆਪ ਰੋਟੀ ਇਹਨਾਂ ਦੇ ਘਰੋਂ ਖਾ ਰਿਹਾ ਹੈ।
ਨਰੈਣ ਸਿੰਘ ਨੇ ਆਪਣੀ ਮਾਤਾ ਤੋਂ ਸਾਰੀ ਗੱਲ ਪੁੱਛੀ ਤਾਂ ਮਾਤਾ ਨੇ ਦੱਸਿਆ, ਇਹ ਰੋਟੀ ਲੋਕਾਂ ਦੇ ਘਰ ਹੀ ਕਦੇ ਕਿਤੇ ਖਾਂਦਾ ਹੈ। ਫਿਰ ਨਰੈਣ ਸਿੰਘ ਦੇ ਮਨ ਵਿੱਚ ਆਈ ਕਿ ਮੇਰੇ ਨਾਲ ਵੀ ਇਵੇਂ ਹੀ ਹੋਣੀ ਸੀ। ਅਗਲੇ ਦਿਨ ਨਰੈਣ ਸਿੰਘ ਫਿਰ ਭੁੱਚੋ ਪਹੁੰਚ ਗਿਆ। ਮੱਥਾ ਟੇਕਣ ਸਾਰ ਹੀ ਹਜ਼ੂਰ ਨੇ ਬਚਨ ਕੀਤਾ, ਤੇਰਾ ਇੰਤਜ਼ਾਮ ਕਰਾਂਗੇ। ਪਰ ਨਰੈਣ ਸਿੰਘ ਇਸ ਗੱਲ ਨੂੰ ਸਮਝ ਨਾ ਸਕਿਆ। ਕੁਝ ਦਿਨਾਂ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਨਰੈਣ ਸਿੰਘ ਤੇਰੇ 2 ਪੁੱਤਰ ਹਨ। ਉਪਰੰਤ ਨਰੈਣ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਘਰਵਾਲੀ ਤਾਂ ਮਰ ਗਈ। 16 ਸਾਲ ਤੱਕ ਉਸ ਦੇ ਘਰ ਔਲਾਦ ਨਹੀਂ ਹੋਈ। ਕੁਝ ਦਿਨਾਂ ਬਾਅਦ ਹੀ ਬਾਬਾ ਜੀ ਨੇ ਬੜੀ ਗਰਜਵੀਂ ਆਵਾਜ਼ ਵਿੱਚ ਅੰਦਰ ਬੈਠਿਆਂ ਆਵਾਜ਼ ਦਿੱਤੀ, ਨਰੈਣ ਸਿੰਘ ਤੈਨੂੰ ਬੜਾ ਜ਼ਰੂਰੀ ਕੰਮ ਹੈ, ਤੂੰ ਘਰ ਪਹੁੰਚ। ਇਸ ਬਚਨ ਅਨੁਸਾਰ ਆਗਿਆ ਲੈ ਕੇ ਨਰੈਣ ਸਿੰਘ ਘਰ ਆਇਆ ਤਾਂ ਅੱਗੋਂ ਨਰੈਣ ਸਿੰਘ ਦੀ ਮਾਤਾ ਕੋਲ ਨਰੈਣ ਸਿੰਘ ਦੀ ਇੱਕ ਭਰਜਾਈ ਬੈਠੀ ਸੀ। ਉਹ ਨਰੈਣ ਸਿੰਘ ਦੇ ਜਾਣਸਾਰ ਹੀ ਬੋਲੀ, ਲੈ ਜਿਸ ਦੀ ਗੱਲ ਕਰਦੀਆਂ ਸੀ ਉਹ ਵੀ ਆ ਗਿਆ ਹੈ। ਤੇ ਫਿਰ ਉਸਨੇ ਆਪਣੀ ਭਤੀਜੀ ਦਾ ਰਿਸ਼ਤਾ ਲੈ ਆਉਣ ਦੀ ਗੱਲ ਕੀਤੀ। ਨਾਲ ਹੀ ਨਰੈਣ ਸਿੰਘ ਨੂੰ ਕਿਹਾ, ਅਸੀਂ ਤੇਰੇ ਵੱਲ ਅੱਜ ਬੰਦਾ ਭੇਜ ਰਹੇ ਸੀ। ਉਪਰੰਤ ਨਰੈਣ ਸਿੰਘ ਨੇ ਸਮਝਿਆ ਭਰਜਾਈ ਮਖੌਲ ਕਰ ਰਹੀ ਹੈ। ਇੱਧਰ ਨਰੈਣ ਸਿੰਘ ਨੇ ਕਿਹਾ, ਮੇਰੀ ਉਮਰ ਵਿਆਹ ਕਰਾਉਣ ਦੀ ਨਹੀਂ। ਅਖੀਰ ਗੱਲ ਸੱਚੀ ਨਿਕਲੀ। ਫਿਰ ਰਿਸ਼ਤਾ ਪੱਕਾ ਹੋ ਗਿਆ। ਅੰਤਰਜਾਮੀ ਬਾਬਾ ਜੀ ਦੇ ਸਗਲ ਸਰੰਜਮ ਕਰੇ ਪ੍ਰਭ ਆਪੇ ਦੇ ਵਾਕ ਅਨੁਸਾਰ ਸਭ ਕਾਰਜ ਹੋ ਗਏ। ਵਿਆਹ ਵੀ ਹੋ ਗਿਆ। ਵਿਆਹ ਤੋਂ ਬਾਅਦ ਨਰੈਣ ਸਿੰਘ ਤੇ ਇਸ ਦੀ ਦੂਜੀ ਘਰਵਾਲੀ ਦਾਨ ਕੌਰ ਮੱਥਾ ਟੇਕਣ ਆਏ। ਉਪਰੰਤ ਬਾਬਾ ਜੀ ਦੇ ਹੁਕਮ ਅਨੁਸਾਰ 2 ਲੜਕੇ ਵੀ ਹੋ ਗਏ, ਗੁਰਨਾਮ ਸਿੰਘ ਤੇ ਹਰਨਾਮ ਸਿੰਘ, ਜੋ ਅੱਜ ਤੱਕ ਮੌਜੂਦ ਹਨ। ਸ੍ਰੀ ਸੰਤ ਮਹਾ ਹਰਨਾਮ ਸਿੰਘ ਤੂੰ ਸਮਰੱਥ ਦਾਤਾਰ, ਦਾਤਾਰਾਂ ਸਿਰ ਦਾਤਾਰ, ਤੇਰੇ ਦਰਸ਼ਨ ਤੋਂ ਬਲਹਾਰ, ਦਰਸ਼ਨ ਤੋਂ ਬਲਹਾਰ, ਹੇ ਸਭ ਘਟ ਕੇ ਦਾਤਾਰ। ਮਨ ਦੀ ਵਿਥਿਆ ਜਾਣਦਾ ਸਰਦਾਗਤ ਪ੍ਰਤਪਾਰ, ਸਗਲ ਭਵਨ ਕੇ ਨਾਇਕਾ, ਦਰਸ਼ਨ ਬਖਸ਼ੋ ਇੱਕ ਘਰੀ। ਪਰਮ ਜੋ ਰੂਪ ਪੂਰਨ ਪਰਮੇਸ਼ਰ, ਪਰਮ ਜੋਤ ਪਰਮੇਸ਼ਰੀ। ਇਹ ਪ੍ਰਸੰਗ ਹਰਨਾਮ ਸਿੰਘ ਪੁੱਤਰ ਨਰੈਣ ਸਿੰਘ ਭਲਾਈਆਣੇ ਨੇ ਲਿਖਾਇਆ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੋ ਲਿਹੁ ਉਬਾਰੀ। ਇੱਕ ਬੀਬੀ ਜਿਸ ਦਾ ਨਾਂ ਬਚਨ ਕੌਰ ਸੀ, ਦੂਰੋਂ ਨੇੜੇ ਰਿਸ਼ਤੇਦਾਰੀ ਵਿੱਚ ਜਿਉਣੇ ਮੋੜ ਦੀ ਭਰਜਾਈ ਲੱਗਦੀ ਸੀ। ਇਸ ਦੀ ਰਿਸ਼ਤੇਦਾਰੀ ਕੱਚੀ ਪੁੱਚੋ ਸੀ। ਜਿਉਣਾ ਮੋੜ ਭਗੌੜਾ ਹੋਣ ਕਰਕੇ ਮਗਰ ਪੁਲਿਸ ਲੱਗੀ ਸੀ। ਸਾਰੇ ਰਿਸ਼ਤੇਦਾਰਾਂ ਵਿੱਚ ਡਰ ਅਤੇ ਸਹਿਮ ਛਾਇਆ ਹੋਇਆ ਸੀ। ਇਸ ਮਾਈ ਬਚਨ ਕੌਰ ਨੂੰ ਅਜਿਹਾ ਲਾ ਇਲਾਜ ਰੋਗ ਲੱਗਾ। ਲੱਖ ਯਤਨ ਕਰਨ ਨਾਲ ਵੀ ਰੋਗ ਨਾ ਹਟੇ। ਕਿਸੇ ਨੂੰ ਬਿਮਾਰੀ ਸਮਝ ਨਾ ਆਵੇ। ਰੋਗ ਰੋਜ਼ ਦੀ ਰੋਜ਼ ਵੱਧਦਾ ਜਾਵੇ। ਅਖੀਰ ਬਚਨ ਕੌਰ ਮਾਈ ਸ਼ਾਮ ਕੌਰ ਨੂੰ ਨਾਲ ਲੈ ਕੇ ਬਾਬਾ ਜੀ ਪਾਸ ਪਹੁੰਚੀ ਅਤੇ ਆਪਣੀ ਤਕਲੀਫ ਦੱਸੀ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਨੀਲਾ ਸਿਆਂ ਇਸ ਮਾਈ ਨੂੰ ਪਾਣੀ ਵਿੱਚ ਗੁੜ ਘੋਲ ਕੇ ਵਿੱਚ ਕਣਕ ਦਾ ਆਟਾ ਪਾ ਕੇ ਪਿਲਾ ਦਿਓ। ਹੁਕਮ ਅਨੁਸਾਰ ਐਵੇਂ ਹੀ ਕੀਤਾ।
ਉਪਰੰਤ ਜਿਹੜੀ ਬਚਨ ਕੌਰ ਅੱਗੇ ਬਹੁਤ ਤੰਗ ਸੀ, ਹੁਕਮ ਨਾਲ ਪਾਣੀ ਪੀਣ ਸਾਰ ਹੀ ਅਰੋਗ ਹੋ ਗਈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੀਆਂ ਰਹੀਆਂ। ਸ਼ਾਮ ਨੂੰ ਬਾਬਾ ਜੀ ਨੇ ਘਰ ਜਾਣ ਦੀ ਆਗਿਆ ਦਿੱਤੀ। ਇਹ ਸੀ ਮਹਾਂਪੁਰਖ ਦੇ ਦਰਸ਼ਨ ਦੀ ਸਿਫਤ ਅਤੇ ਬਚਨ। ਆਟੇ ਦੀ ਚੁਟਕੀ, ਗੁੜ ਦੀ ਰੋੜੀ ਜਾਂ ਪਾਣੀ ਨਹੀਂ। ਬਾਣੀ ਵਿੱਚ ਫਰਮਾਨ ਹੈ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਇਹ ਪ੍ਰਸੰਗ ਲਛਮਣ ਸਿੰਘ ਭਲੋਰੀਆ, ਕੱਚੀ ਪੁੱਚੋ ਵਾਸੀ ਪਾਸੋਂ ਮਿਲਿਆ। ਕਾਟੇ ਕਸ਼ਟ ਪੂਰੇ ਗੁਰਦੇਵ। ਪਿੱਛੇ ਪਾਠਕ ਭਾਈ ਰਤਨ ਸਿੰਘ ਡਰੋਲੀ ਤੇ ਉਹਨਾਂ ਦੀ ਧਰਮ ਪਤਨੀ ਜੈ ਕੌਰ ਨੂੰ ਸੇਵਾ ਮਿਲਣ ਦਾ ਪ੍ਰਸੰਗ ਪੜ੍ਹ ਚੁੱਕੇ ਹਨ। ਇਹਨਾਂ ਦਿਨਾਂ ਵਿੱਚ ਜੈ ਕੌਰ ਨੇ ਅਚਾਨਕ ਸੁਪਨੇ ਵਿੱਚ ਇੱਕ ਮੁਰਦਾ ਆਪਣੇ ਸਰੀਰ ਨਾਲ ਲੱਗਾ ਵੇਖਿਆ ਅਤੇ ਉਸ ਵਿੱਚੋਂ ਬੜੀ ਬਦਬੂ ਆ ਰਹੀ ਸੀ। ਫਿਰ ਦੂਜੀ ਅਤੇ ਤੀਜੀ ਰਾਤ ਵੀ ਇਹੋ ਕੁਝ ਵੇਖਿਆ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਇਹ ਰੋਜ਼ ਰਾਤ ਨੂੰ ਦਿਸੇ ਅਤੇ ਚੌਥੇ ਅਤੇ ਪੰਜਵੇਂ ਦਿਨ ਤਾਂ ਇਹ ਪ੍ਰਤੱਖ ਹੋ ਗਿਆ। ਸਰੀਰ ਉੱਤੇ ਭਾਰ ਵੀ ਪਿਆ ਲੱਗੇ ਅਤੇ ਬਦਬੂ ਜਿਹੜੀ ਸੁਪਨੇ ਵਿੱਚ ਆਉਂਦੀ ਸੀ, ਚੌਥੇ ਦਿਨ ਪ੍ਰਤੱਖ ਜਾਗਣ ਸਮੇਂ ਵੀ ਆਵੇ। ਰੋਟੀ ਖਾਣ ਸਮੇਂ ਰੋਟੀ ਵਿੱਚ ਤੇ ਪਾਣੀ ਪੀਣ ਸਮੇਂ ਪਾਣੀ ਵਿੱਚੋਂ ਬਦਬੂ ਆਵੇ। ਆਖਿਰ ਜੈ ਕੌਰ ਨੇ ਬਾਬਾ ਜੀ ਨੂੰ ਪਿਛਲਾ ਸਾਰਾ ਪ੍ਰਸੰਗ ਦੱਸ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੈਨੂੰ ਇਹ ਕਸ਼ਟ ਹੈ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਦੇਵੀ, ਇਹ ਤੇਰਾ ਹਿਸਾਬ ਕਿਤਾਬ ਨਿਬੜ ਰਿਹਾ ਹੈ। ਜਿਹੜਾ ਤੈਨੂੰ ਮੁਰਦਾ ਚੰਬੜਿਆ ਅਤੇ ਬਦਬੂ ਆ ਰਹੀ ਹੈ, ਇਹ ਤੈਨੂੰ 7 ਜਨਮ ਕੋਹੜ ਹੋਣਾ ਸੀ। ਤੇਰਾ 7 ਜਨਮ ਦਾ ਕੋਹੜ 7 ਦਿਨ ਰਾਤ ਸੁਪਨੇ ਵਿੱਚ ਭੁਗਤ ਜਾਵੇਗਾ। ਹੌਸਲਾ ਰੱਖ, ਨਿਤਨੇਮ ਕਰਨਾ ਨਹੀਂ ਛੱਡਣਾ, ਸੇਵਾ ਕਰੀ ਜਾਓ। ਇਸ ਤੋਂ ਬਿਨਾਂ ਜੋ ਤੁਹਾਨੂੰ ਦ੍ਰਿਸ਼ਟਾਂਤ ਦਿਸੇ, ਸਾਡੇ ਤੋਂ ਜਵਾਬ ਲਓ। ਇਸ ਤੋਂ ਉਪਰੰਤ ਆਪਣੀ ਪ੍ਰਸੰਨਤਾ ਬਖਸ਼ ਕੇ ਮਨ ਨੂੰ ਚੜ੍ਹਦੀ ਕਲਾ ਬਖਸ਼ੀ। ਇਹ ਬਚਨ ਲਿਖਾਰੀ ਨੂੰ ਮਾਤਾ ਜੈ ਕੌਰ ਨੇ ਦੱਸਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।